सानू सिख नूं उन्ना चਿਰ आराम नहीं आउणा जिन्ना चਿਰ सानू साडे गुरु दे जिहड़े खंडित ਸਰੂਪ हैगे आ ਉਹਦੇ दर्शन क्यों नहीं करवाउंदे। ना कांग्रेस सरकार वेले हो सकिया, कालियां दा ते ना ही लैना, ਉਹ ਤਾਂ काले मूलियां ने कीता ही कख ना। कांग्रेस भी 5 साले ते रोटियां सेक के चले गई, हुण आ गई आ आम आदमी पार्टी। ਇੱਥੇ भी हजे सानू इस गल दी सानू ये सवाल साडा ज्यों दा त्यों खड़ा कि गुरु दा ਸਰੂਪ है कित्थे आ। ਤਿੰਨ ਬੰਦੇ ਤਾਂ ਸੰਦੀਪ ਬਰੇਟਾ, ਹਰਸ਼ ਧੂਰੀ, ਪ੍ਰਦੀਪ ਕਲੇਰ ਉਹ ਨੇ ਜਿਹੜੇ ਕਿ ਅਜੇ ਵੀ ਭਗੌੜੇ ਨੇ। ਭਾਰਤ ਦੀਆਂ ਏਜੰਸੀਆਂ, ਸਾਰਾ ਸਿਸਟਮ ਉਹ ਤਿੰਨ ਬੰਦਿਆਂ ਸਾਹਮਣੇ ਮਤਲਬ ਐਂ ਲੱਗਦਾ ਜਿਵੇਂ ਗੋਡੇ ਟੇਕ ਗਿਆ ਹੋਵੇ, ਜਿਹੜੇ ਅਜੇ ਤੱਕ ਉਹ ਫੜ ਨਹੀਂ ਰਹੇ ਉਹਨਾਂ ਨੂੰ। ਬਹੁਤ ਕੁਝ ਹਜੇ ਪਹੇਲੀਆਂ ਸੁਲਝਾਉਣ ਵਾਲੀਆਂ ਆ। 24 ਘੰਟੇ ਨਹੀਂ, 2027 ਲਾਗੇ ਆਉਣ ਵਾਲਾ ਹੈਗਾ, ਹੁਣ 2024 ਵੀ ਲਾਗੇ ਆਉਣ ਵਾਲਾ। ਜਿਹੜੇ ਲਾਰੇ ਲਾ ਕੇ ਸਰਕਾਰਾਂ ਬਣੀਆਂ ਸੀਗੀਆਂ, ਹੋਂਦ ਚਾਹੀਆਂ ਸੀ, ਜਿੱਦਾਂ ਉਹ ਮਿਟ ਗਈਆਂ ਇੱਦਾਂ ਹੀ ਇਹਨਾਂ ਸਰਕਾਰਾਂ ਨੇ ਵੀ ਮਿਟ ਜਾਣਾ ਜੇ ਗੁਰੂ ਸਾਹਿਬ ਦਾ ਅਸਲੀ ਸਾਰੀ ਗੱਲ ਸਾਹਮਣੇ ਨਾ ਲਿਆਂਦੀ ਸੰਗਤ ਦੇ। ਜਿਵੇਂ 1984 ਦਾ ਅਸੀਂ ਯਾਦ ਕਰ ਲੈਂਦੇ ਹਾਂ, ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਇਸ ਮਸਲੇ ਤੇ ਵੀ ਅਜੇ ਤੱਕ ਇਹੀ ਹਾਲਾਤ। ਖੁਸਾ ਸਾਹਿਬ ਵੇਖਦੇ ਨਹੀਂ ਤੁਸੀਂ, ਅੱਜ ਸਿੱਖ ਜਥੇਬੰਦੀਆਂ ਕੁਝ ਇੱਥੇ ਇਕੱਠੀਆਂ ਹੋਈਆਂ, ਕੋਈ ਬਰਗਾੜੀ ਵੀ ਆਪਾਂ ਇਨਸਾਫ ਸਾਰੇ ਚਾਹੁੰਦੇ ਆ, ਪਰ ਆਪਾਂ ਰਲ ਕੇ ਕਿਉਂ ਨਹੀਂ ਚੱਲਦੇ। 295 ਜਿਹੜੀ ਧਾਰਾ ਹੈ ਉਹਦੇ 'ਚ ਜਾਨ ਹੀ ਹੈ ਨਹੀਂ ਕਿ ਬੇਅਦਬੀ ਦੇ ਦੋਸ਼ੀਆਂ ਤੇ ਉਹ ਕੋਈ ਕਾਰਵਾਈ ਹੋ ਸਕੇ। ਉਹ ਤਾਂ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੁੰਦੀ ਹੈ, ਜਿਹੜੀ ਕਿ ਅਜੇ ਤੱਕ ਕਿਸੇ ਨੂੰ ਹੋਈ ਨਹੀਂ। ਬੜੀਆਂ ਸਿੱਟਾਂ ਬਣ ਗਈਆਂ, ਸਿੱਟ ਇੱਕ ਸਿੱਟ ਜਾਂਦੀ, ਦੂਜੀ ਸਿੱਟ ਆਉਂਦੀ ਆ, ਸਿੱਟਾਂ ਬਣੀ ਜਾਂਦੀਆਂ, ਪਰ ਸਿੱਟਾਂ ਦੇ ਨਾਲ ਢਿੱਡ ਨਹੀਂ ਭਰਨ ਵਾਲਾ ਜਿੰਨਾ ਚਿਰ ਅਸਲੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਿੱਥੇ ਆ। ਦੇਖੋ ਜੀ, ਅੱਜ ਦਾ ਦਿਨ ਕਾਲਾ ਦਿਨ ਆ। ਅੱਜ ਦੇ ਦਿਨ ਮੇਰੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਥੋਂ ਚੁੱਕ ਕੇ ਲੈ ਗਏ ਸੀ ਤੇ 12 ਅਕਤੂਬਰ ਨੂੰ ਜਾ ਕੇ ਪੋਸਟਰ ਲਗਾ ਕੇ ਧਮਕੀ ਦਿੱਤੀ ਸੀ ਪੂਰੀ ਕੌਮ ਨੂੰ ਵੀ ਸਿੱਖਾਂ ਦਾ ਗੁਰੂ ਸਾਡੇ ਕੋਲ ਲੱਭ ਸਕਦੇ ਤਾਂ ਲੱਭ ਲਓ। ਅੰਗ ਵੀ ਖਿਲਰ ਗਏ, ਬਹੁਤ ਕੁਝ ਹੋ ਗਿਆ, ਪਰ ਸਿੱਖਾਂ ਦਾ ਗੁਰੂ ਵਾਕਿਆ ਹੀ ਹਜੇ ਨਹੀਂ ਲੱਭਾ। ਹਜੇ ਵੀ ਸਿੱਟ ਵੱਲ ਸਿੱਖ ਨੀਝ ਲਾ ਕੇ ਦੇਖਦਾ ਆ ਕਿ ਕਦੋਂ ਸਿੱਟ ਸਾਨੂੰ ਦੱਸੇ ਕਿ ਸਾਡਾ ਗੁਰੂ ਕਿੱਥੇ ਆ। ਕਿਉਂਕਿ ਪਖੰਡੀਆਂ ਦਾ, ਦੰਬੀਆਂ ਦਾ, ਪਾਪੀਆਂ ਦਾ ਜਿਹੜਾ ਟਾਰਗੇਟ ਸੀਗਾ ਉਹਨਾਂ ਨੇ ਆਪਦਾ ਪੂਰਾ ਕੀਤਾ ਹੋਇਆ ਵਾ। ਸਿੱਖਾਂ ਦਾ ਗੁਰੂ ਹਜੇ ਤੱਕ ਵੀ ਨਹੀਂ ਮਿਲਿਆ। ਮੇਰਾ ਖਿਆਲ ਇਹ ਸਵਾਲ ਹਜੇ ਵੀ ਸਿੱਖ ਕੌਮ ਨੂੰ ਅੰਦਰੋਂ ਅੰਦਰੀ ਘੁਣ ਦੀ ਤਰ੍ਹਾਂ ਖਾ ਰਿਹਾ ਹੈਗਾ। ਇੱਕ ਸਵਾਲ ਪੁੱਛਣਾ ਮੈਂ ਤੁਹਾਨੂੰ ਜੀ। ਖਾਲਸਾ ਜੀ, ਰਾਹੁਲ ਗਾਂਧੀ ਨੇ ਨਾ ਯੂਕੇ ਦੇ ਵਿੱਚ ਇੱਕ ਬਿਆਨ ਦਿੱਤਾ ਵੀ ਸਿੱਖ ਕੌਮ ਸੇਫ ਨਹੀਂ ਹੈਗੀ, ਉਸ ਨੂੰ ਕਿਸ ਤਰ੍ਹਾਂ ਦੇ? ਦੇਖੋ ਜੀ, ਫਿਰ ਉਹਨਾਂ ਨੂੰ ਆਪਦੀ ਦਾਦੀ ਵਾਲੇ ਇਤਿਹਾਸ ਦੇ ਉੱਤੇ ਵੀ ਕਾਂਟਾ ਮਾਰਨਾ ਚਾਹੀਦਾ। ਸਿੱਖ ਕੌਮ ਤਾਂ ਉਹਨਾਂ ਦੀ ਦਾਦੀ ਵੱਲੋਂ ਵੀ ਸੇਫ ਨਹੀਂ ਸੀ, ਅੱਜ ਵੀ ਸੇਫ ਨਹੀਂ। ਬਿਆਨ ਉਹਨਾਂ ਦਾ ਠੀਕ ਹੈਗਾ, ਪਰ ਉਹ ਆਪਣੇ ਪੁਰਖਿਆਂ ਨੂੰ ਵੀ ਉਹ ਯਾਦ ਕਰਨ। ਗੱਲ ਸੱਚੀ ਹੈਗੀ ਆ, ਪਰੰਤੂ ਉਹਦੇ ਵਾਸਤੇ ਵੀ ਉਹਨਾਂ ਨੂੰ ਕੁਛ ਨਾ ਕੁਛ ਕਲੀਅਰ ਕਰਨਾ ਚਾਹੀਦਾ ਹੈ। ਗੁਰੂ ਮਹਾਰਾਜ ਸਰੂਪ ਗੁਰੂ ਅਜੇ ਵੀ ਸਾਡੇ ਕੋਲ ਨਹੀਂਗਾ, ਤੇ ਸਿੱਟ ਕਹਿ ਰਹੀ ਹੈ ਵੀ ਜਿਹੜੇ ਉਹ ਪੱਤਰੇ ਨੇ ਉਹ ਮੁਕਤਸਰ ਸਾਹਿਬ ਰੱਖ ਦਿੱਤੇ ਗਏ, ਤੇ ਬਾਕੀ ਜਿਹੜਾ ਬਚਿਆ ਸਰੂਪ ਕਿੱਥੇ ਆ? ਬਸ ਜੀ, ਸਵਾਲ ਇਹੀ ਗੱਲ ਦਾ ਹੈਗਾ, ਸਾਨੂੰ ਉਹ ਚੈਨ ਨਹੀਂ ਆ ਰਹੀ। ਸਾਨੂੰ ਸਿੱਖ ਨੂੰ ਉਨਾ ਚਿਰ ਆਰਾਮ ਨਹੀਂ ਆਉਣਾ ਜਿੰਨਾ ਚਿਰ ਸਾਨੂੰ ਸਾਡੇ ਗੁਰੂ ਦੇ ਜਿਹੜੇ ਖੰਡਿਤ ਸਰੂਪ ਹੈਗੇ ਆ ਉਹਦੇ ਦਰਸ਼ਨ ਕਿਉਂ ਨਹੀਂ ਕਰਵਾਉਂਦੇ। ਨਾ ਕਾਂਗਰਸ ਸਰਕਾਰ ਵੇਲੇ ਹੋ ਸਕਿਆ, ਕਾਲੀਆਂ ਦਾ ਤੇ ਨਾ ਹੀ ਲੈਣਾ, ਉਹ ਤਾਂ ਕਾਲੇ ਮੂਲਿਆਂ ਨੇ ਕੀਤਾ ਹੀ ਕੱਖ ਨਾ। ਕਾਂਗਰਸ ਵੀ 5 ਸਾਲੇ ਤੇ ਰੋਟੀਆਂ ਸੇਕ ਕੇ ਚਲੇ ਗਈ, ਹੁਣ ਆ ਗਈ ਆ ਆਮ ਆਦਮੀ ਪਾਰਟੀ। ਇੱਥੇ ਵੀ ਹਜੇ ਸਾਨੂੰ ਇਸ ਗੱਲ ਦੀ ਸਾਨੂੰ ਇਹ ਸਵਾਲ ਸਾਡਾ ਜਿਉਂ ਦਾ ਤਿਉਂ ਖੜਾ ਕਿ ਗੁਰੂ ਦਾ ਸਰੂਪ ਹੈ ਕਿੱਥੇ ਆ। ਇਹਦੇ 24 ਘੰਟੇ ਇਨਸਾਫ ਦਿਵਾਉਣ ਵਾਲੀ ਪਾਰਟੀ ਸੀ, ਤੇ ਅੱਜ ਸਾਲ ਡੇਢ ਹੋ ਗਿਆ। ਹੁਣ ਤਾਂ ਟਾਈਮ ਬਹੁਤ ਹੋ ਗਿਆ ਹੈਗਾ। 24 ਘੰਟੇ ਤਾਂ ਜ਼ਰੂਰ ਕਹਿੰਦੇ ਸੀਗੇ, ਪਰ 24 ਘੰਟੇ ਵਾਲੀ ਗੱਲ ਆਈ ਗਈ ਹੋ ਗਈ ਲੱਗਦੀ ਆ। ਹੁਣ ਤਾਂ ਬਾਈਬਲ ਦਾ ਚਲਾਨ ਦੇਣ ਵਾਲਾ ਹਜੇ ਬਾਕੀ ਪਿਆ ਵਾ, ਕਿਉਂਕਿ ਕੋਟਕਪੂਰੇ ਵਾਲਾ ਚਲਾਨ ਦੇ ਕੇ ਜਿੱਥੇ ਸਰਕਾਰ ਨੇ ਚੰਗਾ ਕੰਮ ਕੀਤਾ ਸੀ, ਚੰਗਾ ਕਹਿੰਦੇ ਆ। ਬਹੁਤ ਕੁਝ ਹਜੇ ਪਹੇਲੀਆਂ ਸੁਲਝਾਉਣ ਵਾਲੀਆਂ ਆ। 24 ਘੰਟੇ ਨਹੀਂ, 2027 ਲਾਗੇ ਆਉਣ ਵਾਲਾ ਹੈਗਾ, ਹੁਣ 2024 ਵੀ ਲਾਗੇ ਆਉਣ ਵਾਲਾ। ਜਿਹੜੇ ਲਾਰੇ ਲਾ ਕੇ ਸਰਕਾਰਾਂ ਬਣੀਆਂ ਸੀਗੀਆਂ, ਹੋਂਦ ਚਾਹੀਆਂ ਸੀ, ਜਿੱਦਾਂ ਉਹ ਮਿਟ ਗਈਆਂ ਇੱਦਾਂ ਹੀ ਇਹਨਾਂ ਸਰਕਾਰਾਂ ਨੇ ਵੀ ਮਿਟ ਜਾਣਾ ਜੇ ਗੁਰੂ ਸਾਹਿਬ ਦਾ ਅਸਲੀ ਸਾਰੀ ਗੱਲ ਸਾਹਮਣੇ ਨਾ ਲਿਆਂਦੀ ਸੰਗਤ ਦੇ। ਕਿਉਂਕਿ ਅੱਜ ਸਾਡਾ ਇੱਥੇ ਖੜਨ ਦਾ ਇਹੀ ਆ ਕਿ ਅੱਜ ਦੇ ਕਲਹਿਣੇ ਦਿਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਚੋਰੀ ਹੋਏ, ਜਿਹੜੇ ਖਿਲਾਰੇ ਗਏ ਗਲੀਆਂ ਵਿੱਚ, ਨਾਲੀਆਂ ਵਿੱਚ, ਪਰੰਤੂ ਖੰਡਿਤ ਸਰੂਪ ਦੀ ਜਿਹੜੀ ਬਾਕੀ ਰਹਿੰਦਾ ਭਾਗ ਆ ਉਹਦੇ ਦਰਸ਼ਨ ਸੰਗਤਾਂ ਨੂੰ ਕਿਸੇ ਨੇ ਨਹੀਂ ਕਰਾਏ। ਅੱਜ ਮੀਡੀਆ ਨੂੰ ਲੇਪਾ ਪੋਚੀ
ਕਰਕੇ ਜੋ ਮਰਜ਼ੀ ਕੋਈ ਕਹੀ ਜਾਏ, ਸੱਚ ਸਿੱਖਾਂ ਦੇ ਸਾਹਮਣੇ ਹਜੇ ਨਹੀਂ ਆਇਆ ਹੈ। ਜੀ ਮਾਝੀ ਸਾਹਿਬ ਤੇ ਖੋਸਾ ਸਾਹਿਬ, ਤੁਸੀਂ ਪਹਿਲੇ ਦਿਨ ਤੋਂ ਨਾਲ ਹੋ ਤੇ ਕਿਵੇਂ ਵੇਖਦੇ ਹੋ ਵੀ ਇੰਨਾ ਸਮਾਂ ਹੋ ਗਿਆ ਹੈ, ਸਿੱਟਾਂ ਬੜੀਆਂ ਬਣ ਗਈਆਂ, ਹਰੇਕ ਗੋਂਗਲੋਂ ਤੋਂ ਮਿੱਟੀ ਝਾੜੀ ਜਾਂਦਾ, ਕੋਈ ਕਹਿੰਦਾ ਮੈਂ ਇੱਥੋਂ ਤੱਕ ਤਫਤੀਸ਼ ਕੀਤੀ, ਮੈਂ ਆਹ ਕੀਤਾ, ਪਰ ਇਨਸਾਫ ਜਿਵੇਂ ਖੋਸਾ ਸਾਹਿਬ ਨੇ ਕਿਹਾ ਵੀ ਅਜੇ ਤੱਕ ਨਹੀਂ ਮਿਲਿਆ, ਤੇ ਕਦੋਂ ਤੱਕ ਮਿਲਣ ਦੀ ਸੰਭਾਵਨਾ ਹੈ ਕਿ ਇਹ 84 ਵਾਂਗੂ ਲੰਮਾ ਹੀ ਚੱਲੂਗਾ ਕੰਮ? ਦੇਖੋ ਜੀ, ਬੜੀ ਸਪਸ਼ਟ ਗੱਲ ਹੈ ਕਿ ਜਿਹੜਾ ਹੁਣ ਤੱਕ ਦਾ ਜਿਵੇਂ ਵਰਤਾਰਾ ਚੱਲ ਰਿਹਾ ਹੈ, ਉਹ ਇਨਸਾਫ ਦੀ ਥਾਂ ਤੇ ਸਾਨੂੰ ਇਨਸਾਫ ਟੀਮਾਂ ਮਿਲੀ ਜਾਂਦੀਆਂ ਨੇ, ਹੋਰ ਕੁਝ ਨਹੀਂ ਮਿਲਦਾ। ਇਹ ਗੱਲ ਠੀਕ ਹੈ ਕਿ ਜਿਹੜਾ SIT ਰਣਵੀਰ ਸਿੰਘ ਖੱਟੜਾ ਉਹਨਾਂ ਨੇ ਜਿਹੜੀ ਜਾਂਚ ਉਹ ਸਹੀ ਦਿਸ਼ਾ ਵੱਲ ਕੀਤੀ। ਇਹਨਾਂ ਨੇ ਮਤਲਬ ਕਿਉਂਕਿ ਸਰਕਾਰ ਉਸ ਵਕਤ ਸਿੱਖਾਂ ਨੂੰ ਦੋਸ਼ੀ ਕਹਿ ਰਹੀ ਸੀਗੀ, ਇਹਨਾਂ ਨੇ ਜਿਹੜੇ ਸੌਦਾ ਸਾਧ ਦੇ ਚੇਲੇ ਉਹਨਾਂ ਨੂੰ ਫੜਿਆ, ਪਰ ਜਿਹੜੇ ਮਾਸਟਰਮਾਈਂਡ ਪਿੱਛੇ ਨੇ 3 ਬੰਦੇ ਤਾਂ ਸੰਦੀਪ ਬਰੇਟਾ, ਹਰਸ਼ ਧੂਰੀ, ਪ੍ਰਦੀਪ ਕਲੇਰ ਉਹ ਨੇ ਜਿਹੜੇ ਕਿ ਅਜੇ ਵੀ ਭਗੌੜੇ ਨੇ। ਭਾਰਤ ਦੀਆਂ ਏਜੰਸੀਆਂ, ਸਾਰਾ ਸਿਸਟਮ ਉਹ 3 ਬੰਦਿਆਂ ਸਾਹਮਣੇ ਮਤਲਬ ਐਂ ਲੱਗਦਾ ਜਿਵੇਂ ਗੋਡੇ ਟੇਕ ਗਿਆ ਹੋਵੇ, ਜਿਹੜੇ ਅਜੇ ਤੱਕ ਉਹ ਫੜ ਨਹੀਂ ਰਹੇ ਉਹਨਾਂ ਨੂੰ। ਤੇ ਉਹਨਾਂ ਦਾ ਵੀ ਜਿਹੜਾ ਪਿਓ ਬਣਿਆ ਹੋਇਆ ਰਾਮ ਰਹੀਮ, ਉਹਦੇ ਤੇ ਕੋਈ ਕਾਰਵਾਈ ਇਸ ਮਸਲੇ ਦੇ ਵਿੱਚ ਸਖਤੀ ਨਾਲ ਨਹੀਂ ਹੋ ਰਹੀ। ਸੋ ਇਸ ਕਰਕੇ ਸਾਨੂੰ ਲੱਗ ਰਿਹਾ ਕਿ ਜਿਵੇਂ 1984 ਦਾ ਅਸੀਂ ਯਾਦ ਕਰ ਲੈਂਦੇ ਹਾਂ, ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਇਸ ਮਸਲੇ ਤੇ ਵੀ ਅਜੇ ਤੱਕ ਇਹੀ ਹਾਲਾਤ ਨੇ। ਕਿਉਂ ਬਚਾਇਆ ਜਾ ਰਿਹਾ ਵੀ 3 ਦੋਸ਼ੀ, ਜੇ ਬਰੇਟੇ ਦਾ ਨਾਮ ਲਿਆ ਤੁਸੀਂ ਤੇ ਆਪਣਾ ਸਰਸੇ ਵਾਲੇ, ਵੀ ਕਿਉਂ ਮਤਲਬ ਜਿੰਨੀਆਂ ਵੀ ਸਿੱਟਾਂ ਬਣਦੀਆਂ ਇਨਸਾਫ ਵਾਲੀਆਂ ਉਹ ਕਿਉਂ ਸਰਕਾਰਾਂ ਉਹਨੂੰ ਬਚਾ ਕਿਉਂ ਰਹੀਆਂ ਨੇ? ਉਹਦੇ ਪਿੱਛੇ ਕੀ ਕਾਰਨ? ਇਹ ਤਾਂ ਹੁਣ ਸਰਕਾਰਾਂ ਹੀ ਦੱਸ ਸਕਦੀਆਂ ਨੇ ਵੀ ਕਿਉਂ ਬਚਾ ਰਹੀਆਂ ਨੇ, ਪਰ ਗੱਲ ਇਹ ਹੈ ਕਿ ਮੌੜ ਬੰਬ ਕਾਂਡ ਦੀਆਂ ਤਾਰਾਂ ਵੀ ਸਰਸੇ ਵਾਲੇ ਨਾਲ ਜੁੜਦੀਆਂ ਸੀਗੀਆਂ, ਪਰ ਇਹ ਜਾਣ ਬੁੱਝ ਕੇ ਸਿੱਖਾਂ ਨੂੰ ਜਿਹੜਾ ਹੈਗਾ ਕਹਿ ਲਓ ਵੀ ਉਹਨਾਂ ਦੇ ਜ਼ਖਮਾਂ ਤੇ ਬਾਰ-ਬਾਰ ਲੂਣ ਛਿੜਕਿਆ ਜਾਂਦਾ ਹੈ, ਤਾਂ ਜੋ ਜਿਹੜੇ ਸਿੱਖ ਨੌਜਵਾਨ ਨੇ ਸਾਡੇ ਉਹ ਕਾਨੂੰਨ ਨੂੰ ਹੱਥ 'ਚ ਲੈਣ ਤੇ ਫਿਰ ਬਾਅਦ 'ਚ ਫਿਰ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾਵੇ ਜੀ ਇਹ ਜੀ ਦੇਖੋ ਆਪਣੇ ਕਾਨੂੰਨ ਹੱਥ 'ਚ ਲੈਂਦੇ ਆ। ਤੇ ਹੁਣ ਸਿੱਖਾਂ ਨੂੰ ਜਾਣ ਬੁੱਝ ਕੇ ਇੱਕੋ ਇੱਕ ਰਾਹ ਸਰਕਾਰ ਦਿਖਾ ਰਹੀ ਹੈ ਕਿ ਅਸੀਂ ਤਾਂ ਇਹੀ ਕਰਾਂਗੇ, ਜਿਹੜਾ ਬੇਅਦਬੀ ਦਾ ਦੋਸ਼ੀ ਸਾਬਤ ਹੋ ਜੂ ਉਹਨੂੰ ਪੌਣੇ ਘੰਟੇ ਜ਼ਮਾਨਤ ਦੇਵਾਂਗੇ, ਜਿਹੜਾ ਬੇਅਦਬੀ ਦਾ ਮੁੱਖ ਗਵਾਹ ਬਣੂਗਾ ਉਹਦਾ ਅਸੀਂ ਕੋਈ ਪੈਰਵਾਈ ਨਹੀਂ ਕਰਦੇ, ਕੋਈ ਸੁਰੱਖਿਆ ਨਹੀਂ ਕਰਦੇ। ਜਿਵੇਂ ਇੱਥੇ 5 ਗਵਾਹਾਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਗਿਆ, ਉਹਦੇ ਵਿੱਚ ਗੋਪਾਲ ਸਿੰਘ ਸੀਗੇ, ਉਹਦੀ ਪਿਛਲੇ ਦਿਨੀ 5-4 ਜਾਣੇ ਆ ਕੇ ਕੁੱਟਮਾਰ ਕਰ ਗਏ। ਪਹਿਲਾਂ ਗੁਰਸੇਵਕ ਸਿੰਘ ਫੌਜੀ ਤੇ ਹਮਲੇ ਹੁੰਦੇ ਰਹੇ ਨੇ, ਕਦੇ ਉਹਨੂੰ ਧਮਕੀਆਂ। ਸੋ ਇਸ ਤਰ੍ਹਾਂ ਦਾ ਸਾਰਾ ਕੁਝ ਵਾਪਰ ਰਿਹਾ। ਤਾਂ ਇਹ ਮਤਲਬ ਕਹਿ ਲਓ ਵੀ ਸਰਕਾਰ ਜਿਹੜੀ ਹੈ ਉਹ ਸੁਹਿਰਦ ਨਹੀਂ ਸਿੱਖਾਂ ਪ੍ਰਤੀ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ। ਦੋਸ਼ੀਆਂ ਨੂੰ ਸਿਕਿਉਰਿਟੀਆਂ ਵੱਡੇ ਪੱਧਰ ਤੇ ਨੇ ਤੇ ਜਿਹੜੇ ਮੇਨ ਗਵਾਹ ਨੇ ਉਹਨਾਂ ਤੇ ਹਮਲੇ ਹੋ ਰਹੇ ਨੇ। ਜੇ ਮੰਨ ਲਓ ਪਿਛਲੇ ਦਿਨ ਜਿਵੇਂ ਤੁਸੀਂ ਗੱਲ ਕੀਤਾ ਵੀ ਫੌਜੀ ਸਾਹਿਬ ਤੇ ਵੀ ਆਪਾਂ ਫਰੀਦਕੋਟ ਗਏ ਆ, ਵੀ ਬੜਾ ਵੱਡਾ ਹਮਲਾ ਹੋਇਆ ਸੀ, ਤੇ ਵੀ ਇਸ ਤਰ੍ਹਾਂ ਜੇ ਉਹ ਗਵਾਹਾਂ ਨੂੰ ਖਤਮ ਕਰਨ ਦੀਆਂ ਚਾਲਾਂ ਨੇ। ਬਿਲਕੁਲ ਜੀ, ਇਹੀ ਸਾਰਾ ਕੁਝ ਹੋ ਰਿਹਾ ਹੈ। ਗੱਲ ਇਹ ਹੈ ਕਿ 295 ਜਿਹੜੀ ਧਾਰਾ ਹੈ ਉਹਦੇ 'ਚ ਜਾਨ ਹੀ ਹੈ ਨਹੀਂ ਕਿ ਬੇਅਦਬੀ ਦੇ ਦੋਸ਼ੀਆਂ ਤੇ ਉਹ ਕੋਈ ਕਾਰਵਾਈ ਹੋ ਸਕੇ। ਉਹ ਤਾਂ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੁੰਦੀ ਹੈ, ਜਿਹੜੀ ਕਿ ਅਜੇ ਤੱਕ ਕਿਸੇ ਨੂੰ ਹੋਈ ਨਹੀਂ। ਸੋ ਇਸ ਕਰਕੇ ਅਸੀਂ ਇਹ ਸਾਰੀ ਸਿੱਖ ਕੌਮ ਦੀ ਉਹ ਮੰਗ ਹੈ ਕਿ 295 ਇਹਦੇ ਵਿੱਚ ਸੋਧ ਕਰਕੇ ਉਹਨੂੰ ਸਖਤ ਕੀਤਾ ਜਾਣਾ ਚਾਹੀਦਾ ਤੇ ਉਮਰ ਕੈਦ ਘੱਟੋ ਘੱਟ, ਜਾਂ ਤਾਂ ਫਾਂਸੀ ਹੋਵੇ, ਸਿੱਖ ਤਾਂ ਇਹ ਚਾਹੁੰਦੇ ਘੱਟੋ ਘੱਟ ਉਮਰ ਕੈਦ ਜ਼ਰੂਰ ਹੋਣੀ ਚਾਹੀਦੀ ਹੈ। ਪਰ ਆ ਤਾਂ ਇਹ ਦੇਖੋ ਇਸ ਮਸਲੇ ਤੇ ਵਿਧਾਨ ਸਭਾ 'ਚ ਕੋਈ ਮਤਾ ਨਹੀਂ ਪਾਇਆ ਜਾ ਰਿਹਾ, ਭਗਵੰਤ ਮਾਨ ਸਰਕਾਰ ਵੱਲੋਂ ਵੀ ਅਜੇ ਤੱਕ ਸੁਰਤਾ ਨਹੀਂ ਦਿਖਾਈ ਜਾ ਰਹੀ। ਸੋ ਕੁੱਲ ਮਿਲਾ ਕੇ ਇਹ ਹੈ ਕਿ ਸਾਡੇ ਨਾਲ ਸਾਰੇ ਸਿਆਸਤ ਖੇਡਦੇ ਆ। ਤੇ ਖੋਸਾ ਸਾਹਿਬ, ਬਾਦਲ ਪਰਿਵਾਰ ਦੇ ਪਿਛਲੇ ਦਿਨਾਂ ਦੇ ਚਲਾਨ ਪੇਸ਼ ਹੁੰਦੇ, ਚਲੋ ਵੱਡੇ ਬਾਦਲ ਸਾਹਿਬ ਦੀ ਡੈਥ ਹੋ ਜਾਂਦੀ, ਉਹ ਮਸਲਾ ਕਿਵੇਂ ਆ ਵੀ ਉਹ ਚਲਾਨ ਤੱਕ ਹੀ ਸੀਮਤ ਰਹੇਗਾ ਕਿ ਅੱਗੇ ਉਹ ਗੱਲ ਚੱਲੇਗੀ? ਨਹੀਂ ਦੇਖੋ, ਹੁਣ ਤਾਂ ਕੋਰਟ ਪ੍ਰੋਸੈਸ ਹੈਗਾ। ਉਹ ਜੇ ਤਾਂ ਬਾਈਬਲ ਵਾਲਾ ਚਲਾਨ ਨਹੀਂ ਪੇਸ਼ ਕਰਦੇ ਫੇ ਤਾਂ ਹੈਗਾ ਕਿ ਕੱਲਾ ਚਲਾਨ ਹੀ ਆ, ਹੋਰ ਕੁਝ ਨਹੀਂ। ਜੇ ਬਾਈਬਲ ਵਾਲਾ ਚਲਾਨ ਪੇਸ਼, ਕਿਉਂਕਿ ਕੋਟਕਪੂਰੇ ਕੀ ਆ 307 ਹੈਗੀ ਆ, ਤੇ 307 ਚ 120 ਵਾਲੇ ਨੂੰ ਕਿੰਨੀ ਕੁ ਸਜ਼ਾ ਹੋਣੀ ਆਪਾਂ ਨੂੰ ਪਤਾ ਹੀ ਹੈਗਾ। ਤੇ ਇਹ ਜਿਹੜੇ ਆਪਣੇ 302 ਆ ਇੱਥੇ ਬਾਈਬਲ, ਜਿੰਨਾ ਚਿਰ ਬਾਈਬਲ ਦਾ ਚਲਾਨ ਨਹੀਂ ਹੁੰਦਾ ਪੇਸ਼, ਉਹਨਾਂ ਚਿਰ ਕੋਟਕਪੂਰੇ ਵਾਲਾ ਚਲਾਨ ਐਵੇਂ ਹੀ ਸਮਝਿਆ ਜਾਊਗਾ। ਖੋਸਾ ਸਾਹਿਬ, ਵੇਖਦੇ ਨਹੀਂ ਤੁਸੀਂ ਅੱਜ ਸਿੱਖ ਜਥੇਬੰਦੀਆਂ ਕੁਝ ਇੱਥੇ ਇਕੱਠੀਆਂ ਹੋਈਆਂ, ਕੋਈ ਬਰਗਾੜੀ, ਵੀ ਆਪਾਂ ਇਨਸਾਫ ਸਾਰੇ ਚਾਹੁੰਦੇ ਆ, ਪਰ ਆਪਾਂ ਰਲ ਕੇ ਕਿਉਂ ਨਹੀਂ ਚੱਲ ਰਹੇ? ਦੇਖੋ ਜੀ, ਸਿੱਖ ਜਥੇਬੰਦੀਆਂ ਕੀ ਕਰਦੀਆਂ ਨੇ, ਕੌਣ ਕੀ ਕਰਦਾ, ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ। ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆਫ ਵਿਊ ਆ। ਜਿਹੜਾ ਬਰਗਾੜੀ ਇਕੱਠੇ ਹੋਣਾ 12 ਅਕਤੂਬਰ ਨੂੰ ਸਾਡਾ ਬਣਦਾ। 12 ਅਕਤੂਬਰ ਨੂੰ ਉੱਥੇ ਅੰਗ ਖਿਲ ਰਹੇ ਸੀਗੇ। ਮੇਨ ਜੋ ਕਾਰਾ ਇੱਥੇ ਉਹਨਾਂ ਨੇ ਕੀਤਾ ਸੀ, ਭੈੜੀ ਹਰਕਤ ਕੀਤੀ, ਜਿਹੜਾ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦਿਨ ਦਿਹਾੜੇ ਇੱਥੋਂ ਲੈ ਕੇ ਗਏ ਆ 1 ਜੂਨ ਨੂੰ, ਇੱਥੇ ਹੀ ਸਾਡਾ ਬਣਦਾ। ਵੈਸੇ ਤਾਂ ਇਹਨੂੰ ਤਾਰਪੀੜ ਕਰਨਾ ਹੁੰਦਾ ਵਾ ਕਿਸੇ ਨਾ ਕਿਸੇ ਤਰੀਕੇ ਅਨੁਸਾਰ, ਉਹ ਆਪਣੇ ਤਰੀਕੇ ਨਾਲ ਕਰਦੇ ਰਹਿੰਦੇ ਆ, ਪਰ ਸਾਨੂੰ ਇਹ ਚਾਹੀਦਾ ਕਿ ਸਾਨੂੰ 1 ਜੂਨ ਨੂੰ ਇੱਥੇ ਇਕੱਠੇ ਹੋਈਏ, 12 ਨੂੰ ਬਰਗਾੜੀ ਹੋਈਏ, 6 ਨੂੰ ਅਕਾਲ ਤਖਤ ਸਾਹਿਬ ਹੋਈਏ। ਵੀ ਇਹ 8 ਸਾਲਾਂ ਦੇ ਵਿੱਚ ਕਿੰਨੀਆਂ ਇਨਸਾਫ ਟੀਮਾਂ ਸਿੱਟਾਂ ਬਣ ਚੁੱਕੀਆਂ? ਬੜੀਆਂ ਸਿੱਟਾਂ ਬਣ ਗਈਆਂ। ਸਿੱਟ ਇੱਕ ਸਿੱਟ ਜਾਂਦੀ, ਦੂਜੀ ਸਿੱਟ ਆਉਂਦੀ ਆ, ਸਿੱਟਾਂ ਬਣੀ ਜਾਂਦੀਆਂ, ਪਰ ਸਿੱਟਾਂ ਦੇ ਨਾਲ ਢਿੱਡ ਨਹੀਂ ਭਰਨ ਵਾਲਾ ਜਿੰਨਾ ਚਿਰ ਅਸਲੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਿੱਥੇ ਆ। ਜੀ,
ਸੋ ਜਿਵੇਂ ਖੋਸਾ ਸਾਹਿਬ ਨੇ ਕਿਹਾ ਵੀ ਇੱਕ ਬੜਾ ਵੱਡਾ ਸਵਾਲ ਏ, ਇਹ ਕੋਈ ਵੀ ਸਿੱਟ ਹੁਣੇ ਪ੍ਰੈਸ ਵਾਲਿਆਂ ਵੱਲੋਂ ਸਵਾਲ ਕੀਤਾ ਗਿਆ ਸੀ ਸਿੱਟ ਨੂੰ ਵੀ ਉਹ ਸਰੂਪ ਕਿੱਥੇ ਆ, ਪਰ ਟਾਲਮਟੋਲ ਕਰ ਦਿੱਤਾ ਗਿਆ ਵੀ ਉਹਦੇ ਜਿਹੜੇ ਪੱਤਰੇ ਨੇ ਉਹ ਮੁਕਤਸਰ ਸਾਹਿਬ ਨੇ, ਪਰ ਪੂਰੀ ਗੱਲ ਕਲੀਅਰ ਨਹੀਂ ਕੀਤੀ ਗਈ। ਉਹ ਸਰੂਪ ਜਿਹੜਾ ਹੈ, ਜਿਹੜੇ ਕੁਝ ਪੱਤਰੇ ਤੇ ਸਾਡੇ ਕੋਲ ਨੇ, ਪਰ ਜਿਹੜੇ ਬਾਕੀ ਪੱਤਰੇ ਨੇ ਇੱਕ ਸਵਾਲੀਆ ਚਿੰਨ੍ਹ ਉਹ ਕਿਹਦੇ ਕੋਲ ਨੇ। ਸੋ ਹੋਰ ਵੀ ਬੜੇ ਨਾਮਵਰ ਚਿਹਰੇ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਦੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।